हाँ जी दोस्तों, स्वागत करते हैं जी ਤੁਹਾਡਾ ਆਪਣੇ ਇਸ YouTube ਚੈਨਲ ਜਿਸ ਦਾ ਨਾਮ ਹੈ ਜੀ ਸਟੱਡੀ ਇਨਸਾਈਡਰ। ਅੱਜ ਦੀ ਆਪਣੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ। ਐਂਡ ਅੱਜ ਦਾ ਆਪਣਾ ਟੌਪਿਕ ਰਹੇਗਾ ਜੀ ਫਿਜ਼ਿਕਸ ਮਾਸਟਰਕੇਟ 2020 ਅਤੇ ਕੰਪੀਟੀਟਿਵ ਐਗਜ਼ਾਮ ਜਿੰਨੇ ਵੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਫਿਜ਼ਿਕਸ ਰਿਲੇਟਡ ਜਿੰਨਾ ਵੀ ਕੰਟੈਂਟ ਆਉਂਦਾ ਉਹ ਆਪਾਂ ਟੌਪਿਕ ਵਾਈਜ਼ ਕਵਰ ਕਰ ਰਹੇ ਹਾਂ। ਤੇ ਅੱਜ ਦਾ ਆਪਣਾ ਟੌਪਿਕ ਰਹੇਗਾ ਜੀ ਸਟੈਟਿਸਟੀਕਲ ਫਿਜ਼ਿਕਸ। ਇਸ ਦੇ ਕਾਫੀ ਸਾਰੇ ਟੌਪਿਕ ਨੇ, ਅਗਰ ਅੱਜ ਆਪਾਂ ਗੱਲ ਕਰੀਏ ਸਿਲੇਬਸ ਦੇ ਅਕੋਰਡਿੰਗ ਜਿਸ ਤਰ੍ਹਾਂ ਕਿ ਦੇਖਿਆ ਗਿਆ ਸੀ, ਬਟ ਆਪਾਂ ਕੋਸ਼ਿਸ਼ ਕਰਾਂਗੇ ਇਸ ਦੇ ਵਿੱਚ ਕੁਝ ਇੰਪੋਰਟੈਂਟ ਟੌਪਿਕ ਡਿਸਕਸ ਕਰੀਏ ਜਿਨ੍ਹਾਂ ਦੇ ਬੇਸ ਤੇ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਵੀ ਕੁਐਸਚਨ ਆਉਂਦੇ ਐਂਡ ਤੁਹਾਨੂੰ ਨੈਕਸਟ ਜੋ ਐਗਜ਼ਾਮ ਹੋਏਗਾ ਹੁਣ ਆਪਣਾ ਮਾਸਟਰਕੇਟ 2020 ਦੇ ਵਿੱਚ ਵੀ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲ ਸਕਦੇ ਆ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ ਜੀ, ਕੁਝ ਇੰਪੋਰਟੈਂਟ ਟੌਪਿਕ ਡਿਸਕਸ ਕਰਾਂਗੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਟੌਪਿਕ ਵਾਈਜ਼ ਆਪਾਂ ਗੱਲ ਕਰੀਏ ਕਿ ਸਟੈਟਿਸਟੀਕਲ ਫਿਜ਼ਿਕਸ ਜੋ ਸਟੱਡੀ ਹੁੰਦੀ ਹੈ ਕਿਸ ਕਰਕੇ ਹੁੰਦੀ ਹੈ, ਤਾਂ ਮਤਲਬ ਕੀ ਹੈ, ਕਿਸ ਨੂੰ ਆਪਾਂ ਸਟੱਡੀ ਕਰਨਾ ਹੁੰਦਾ। ਠੀਕ ਹੈ ਜੀ, ਇਸ ਦੇ ਵਿੱਚ ਕੀ ਹੋਏਗਾ ਇਸ ਨੂੰ ਆਪਾਂ ਡਿਸਕਸ ਕਰਦੇ ਹਾਂ। ਪ੍ਰੋਬੇਬਿਲਿਟੀ ਹੋਏਗੀ, ਪ੍ਰੋਬੇਬਿਲਿਟੀ ਦੀ ਟਾਈਪ ਹੋਏਗੀ, ਸਟੈਟਿਸਟੀਕਲ ਪ੍ਰੋਬੇਬਿਲਿਟੀ ਐਂਡ ਪ੍ਰਾਇਓਰੀ ਪ੍ਰੋਬੇਬਿਲਿਟੀ ਨੂੰ ਆਪਾਂ ਡਿਸਕਸ ਕਰਾਂਗੇ ਇਸ ਦੇ ਵਿੱਚ। ਐਂਡ ਕੁਝ ਪ੍ਰਿੰਸੀਪਲ ਹੋਣਗੇ ਇਕੁਅਲ ਪ੍ਰਾਇਓਰੀ ਪ੍ਰੋਬੇਬਿਲਿਟੀ ਦੇ, ਉਸ ਨੂੰ ਡਿਸਕਸ ਕਰਾਂਗੇ। ਫਾਰਮੂਲਾ ਰਹੇਗਾ ਪ੍ਰੋਬੇਬਿਲਿਟੀ ਦੇ ਉੱਪਰ ਐਂਡ ਆਪਾਂ ਜੋ ਉਸ ਦੇ ਵਿੱਚ ਕੀ ਹੋਏਗਾ ਮਿਊਚੁਅਲ ਐਕਸਕਲੂਸਿਵ ਇਵੈਂਟ, ਇੰਡੀਪੈਂਡੈਂਟ ਐਂਡ ਡਿਪੈਂਡੈਂਟ ਇਵੈਂਟ ਦੇ ਵਿੱਚ ਕੀ ਡਿਫਰੈਂਸ ਹੋਏਗਾ, ਐਗਜ਼ਾਮਪਲ ਬੇਸਡ ਆਪਾਂ ਇਸ ਨੂੰ ਸਮਝਾਂਗੇ ਤੇ ਕੋਸ਼ਿਸ਼ ਕਰਾਂਗੇ ਜਿੰਨਾ ਜ਼ਿਆਦਾ ਆਪਾਂ ਘੱਟ ਸਮੇਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਠੀਕ ਹੈ ਜੀ, ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸਟੈਟਿਸਟੀਕਲ ਫਿਜ਼ਿਕਸ ਦਾ ਮਤਲਬ ਕੀ ਹੋਏਗਾ। ਠੀਕ ਹੈ ਜੀ, ਇਹ ਦੇਖਦੇ ਆਪਾਂ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਜੋ ਸਟੈਟਿਸਟੀਕਲ ਫਿਜ਼ਿਕਸ ਇਜ਼ ਦ ਬ੍ਰਾਂਚ ਆਫ ਫਿਜ਼ਿਕਸ ਡੈਟ ਡੀਲਸ ਵਿਦ ਦ ਸਟੱਡੀ ਆਫ ਫਿਜ਼ੀਕਲ ਬਿਹੇਵੀਅਰ of large number of particles using statistical concepts। ਮਤਲਬ ਕੀ ਹੋਇਆ, ਜਿੰਨੇ ਵੀ ਪਾਰਟੀਕਲਸ ਹੋਣਗੇ ਜਾਂ ਐਟਮਸ ਹੋਣਗੇ, ਕੋਈ ਵੀ ਹੋ ਸਕਦਾ। ਠੀਕ ਹੈ ਜੀ, ਉਹਨਾਂ ਦਾ ਜੇ ਤੁਸੀਂ ਬਿਹੇਵੀਅਰ ਫਾਈਂਡ ਕਰਦੇ ਹੋ, ਜਿਸ ਤਰ੍ਹਾਂ ਕਿ ਪਾਰਟੀਕਲ ਕੋਈ ਮੋਲੀਕਿਊਲ ਹੋ ਗਿਆ, ਐਟਮ ਹੋ ਗਿਆ, ਨਿਊਟਰੋਨ, ਪ੍ਰੋਟੋਨ, ਇਲੈਕਟ੍ਰੋਨ, ਫੋਟੋਨ, ਕੋਈ ਵੀ ਹੋ ਸਕਦਾ। ਉਹਨਾਂ ਦਾ ਜਦੋਂ ਤੁਸੀਂ ਫਿਜ਼ੀਕਲ ਬਿਹੇਵੀਅਰ ਨੂੰ ਸਟੱਡੀ ਕਰਨਾ ਹੈ, ਦੈਨ ਜੋ ਫਿਜ਼ਿਕਸ ਡੀਲ ਕਰਦੀ ਹੈ ਇਸ ਨੂੰ, ਠੀਕ ਹੈ, ਉਸ ਨੂੰ ਆਪਾਂ ਬੋਲਾਂਗੇ ਸਟੈਟਿਸਟੀਕਲ ਫਿਜ਼ਿਕਸ। ਕੰਡੀਸ਼ਨ ਕੀ ਹੈ, ਆਪਾਂ ਉੱਥੇ ਕੰਸੈਪਟ ਕਿਹੜੇ ਯੂਜ਼ ਕਰਨੇ ਨੇ, ਸਟੈਟਿਸਟੀਕਲ ਕੰਸੈਪਟ ਹੀ ਆਪਾਂ ਉੱਥੇ ਸਾਰੇ ਯੂਜ਼ ਕਰਾਂਗੇ, ਤਾਂ ਆਪਾਂ ਉਸ ਨੂੰ ਕੀ ਆਖਾਂਗੇ ਜੀ, ਸਟੈਟਿਸਟੀਕਲ ਫਿਜ਼ਿਕਸ। ਠੀਕ ਹੈ ਜੀ, ਐਂਡ ਕੀ ਹੋਏਗਾ, ਇੱਕ ਕਲੈਕਸ਼ਨ ਆਫ ਸਾਇੰਸ ਵੀ ਤੁਸੀਂ ਇਸ ਨੂੰ ਬੋਲ ਸਕਦੇ ਹੋ, ਜਿਸ ਦੇ ਵਿੱਚ ਕਲਾਸੀਫਿਕੇਸ਼ਨ, ਪ੍ਰੈਜੈਂਟੇਸ਼ਨ ਹੋਏਗੀ, ਐਨਾਲਿਸਿਸ ਹੋਏਗਾ, ਇੰਟਰਪ੍ਰੀਟੇਸ਼ਨ ਹੋਏਗੀ, ਨਿਊਮੈਰੀਕਲ ਡੇਟਾ ਵੀ ਹੋਏਗਾ। ਠੀਕ ਹੈ ਜੀ, ਸਾਰਾ ਕੁਝ ਇਸ ਦੇ ਵਿੱਚ ਆ ਸਕਦਾ ਹੈ। ਐਂਡ ਤੁਸੀਂ ਕੋਈ ਵੀ ਸੋਲਿਡ ਲੈ ਸਕਦੇ ਹੋ, ਠੀਕ ਹੈ, ਗੈਸ ਲੈ ਸਕਦੇ ਹੋ, ਕਿਸੇ ਵੀ ਪਾਰਟੀਕਲਸ ਦਾ ਬਿਹੇਵੀਅਰ ਜਦੋਂ ਤੁਸੀਂ ਫਾਈਂਡ ਕਰਨਾ ਹੁੰਦਾ ਉੱਥੇ ਆਪਾਂ ਸਟੈਟਿਸਟੀਕਲ ਕੰਸੈਪਟ ਲਗਾ ਕੇ ਉਸ ਦਾ ਬਿਹੇਵੀਅਰ, ਫਿਜ਼ੀਕਲ ਬਿਹੇਵੀਅਰ ਫਾਈਂਡ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਇਹਨਾਂ ਦੇ ਜੋ ਰਿਲੇਟਡ ਟੌਪਿਕ ਉਹ ਹੈ ਜੀ ਪ੍ਰੋਬੇਬਿਲਿਟੀ। ਪ੍ਰੋਬੇਬਿਲਿਟੀ ਦੇ ਨਾਲ ਵੀ ਆਪਾਂ ਇੱਕ ਤਰ੍ਹਾਂ ਦਾ ਉਸ ਦਾ ਇਵੈਂਟ ਹੋਣ ਦਾ, ਆਪਾਂ ਜੋ ਪ੍ਰੋਬੇਬਿਲਿਟੀ ਹੈ ਉਸਦੀ, ਹੈ ਨਾ, ਸੰਭਾਵਨਾ ਪਤਾ ਕਰਨੀ ਹੈ, ਦੈਨ ਇਹ ਵੀ ਇੱਕ ਫਿਜ਼ੀਕਲ ਕੰਸੈਪਟ ਹੀ ਆ ਜਾਂਦਾ, ਫਿਜ਼ੀਕਲ ਪ੍ਰੋਪਰਟੀ ਆ ਜਾਂਦੀ ਹੈ ਉਸਦੀ, ਜੋ ਆਪਾਂ ਨੇ ਫਾਈਂਡ ਕਰਨੀ ਹੁੰਦੀ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਛੋਟੀ ਜੀ ਪ੍ਰੋਬੇਬਿਲਿਟੀ, ਜੋ ਪ੍ਰੋਬੇਬਿਲਿਟੀ ਹੈ ਦੋ ਤਰ੍ਹਾਂ ਦੀ ਇੱਥੇ ਜੋ ਗੱਲ ਕੀਤੀ ਜਾ ਰਹੀ ਕਿ ਜੋ ਪ੍ਰੋਬੇਬਿਲਿਟੀ ਦੋ ਤਰ੍ਹਾਂ ਦੀ ਹੈ। ਸਭ ਤੋਂ ਪਹਿਲੀ ਕਿਹੜੀ ਪ੍ਰੋਬੇਬਿਲਿਟੀ ਹੈ ਜੀ, ਉਸ ਨੂੰ ਕਿਹਾ ਜਾਂਦਾ ਸਟੈਟਿਸਟੀਕਲ ਪ੍ਰੋਬੇਬਿਲਿਟੀ ਐਂਡ ਸੈਕਿੰਡ ਹੈ ਜੀ ਪ੍ਰਾਇਓਰੀ ਪ੍ਰੋਬੇਬਿਲਿਟੀ। ਇਹ ਦੋ ਪੁਆਇੰਟ ਨੇ, ਮਤਲਬ ਕਿ ਇਹਨਾਂ ਦੋਨਾਂ ਦਾ ਆਪਾਂ ਦੋਨਾਂ ਨੂੰ ਹੀ ਸਮਝਣਾ ਹੈ ਕਿਉਂਕਿ ਦੋਨੋਂ ਅਲੱਗ-ਅਲੱਗ ਪੁਆਇੰਟ ਨੇ। ਠੀਕ ਹੈ ਜੀ, ਦੋਨੋਂ ਹੀ ਅਲੱਗ-ਅਲੱਗ ਜੋ ਪੁਆਇੰਟ ਨੇ, ਠੀਕ ਹੈ ਜੀ, ਦੇਖਿਆ ਜਾਂਦਾ ਹੈ। ਐਂਡ ਮੇਨ ਚੀਜ਼ ਕੀ ਹੈ, ਦੋਨਾਂ ਦਾ ਜੋ ਡਿਫਰੈਂਸ ਬਹੁਤ ਜ਼ਿਆਦਾ ਛੋਟ ਹੈ, ਬਟ ਉਹਨੂੰ ਸਮਝਣਾ ਪਏਗਾ। ਦੇਖੋ ਇਸ ਦੇ ਵਿੱਚ ਕੀ ਹੋਏਗਾ। ਠੀਕ ਹੈ ਜੀ, ਇਹ ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਸਟੈਟਿਸਟੀਕਲ ਪ੍ਰੋਬੇਬਿਲਿਟੀ ਇਟ ਮੇ ਡਿਫਾਈਨਡ ਐਜ਼ ਦ ਰੇਸ਼ੀਓ ਆਫ ਨੰਬਰ ਆਫ ਫੇਵਰੇਬਲ ਕੇਸਿਸ ਟੂ ਦੀ ਟੋਟਲ ਨੰਬਰ ਆਫ ਕੇਸਿਸ ਓਬਜ਼ਰਵਡ। ਮਤਲਬ ਕੀ ਹੋਇਆ, ਦੇਖੋ ਆਪਾਂ ਪ੍ਰੋਬੇਬਿਲਿਟੀ ਵੈਸੇ ਵੀ ਮੈਥਮੈਟਿਕਸ ਦੇ ਵਿੱਚ ਕਾਫੀ ਜ਼ਿਆਦਾ ਆਪਾਂ ਡਿਟੇਲ ਦੇ ਵਿੱਚ ਕਰਦੇ ਹਾਂ, ਹੈ ਨਾ ਜੀ। ਉਸ ਦੇ ਵਿੱਚ ਕੀ ਫਰਕ ਹੋਏਗਾ, ਇਹਨਾਂ ਦੇ ਵਿੱਚ ਡਿਫਰੈਂਸ ਕੀ ਹੋਏਗਾ। ਸਭ ਤੋਂ ਪਹਿਲਾਂ ਸਟੈਟਿਸਟੀਕਲ ਫਿਜ਼ਿਕਸ ਕੀ ਹੋਏਗੀ, ਦੇਖੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਟੋਟਲ ਕਾਫੀ ਸਾਰੇ ਨੰਬਰ ਆਫ ਕੇਸਿਸ, ਫੇਵਰੇਬਲ ਕੇਸਿਸ ਦੀ ਗੱਲ ਕੀਤੀ ਜਾਂਦੀ ਹੈ ਐਂਡ ਉਹਨਾਂ ਨੂੰ ਜੁਆਇੰਟ ਹੀ ਦੇਖਿਆ ਜਾਂਦਾ ਹੈ। ਮਤਲਬ ਕੀ ਹੋਇਆ, ਜਿਸ ਤਰ੍ਹਾਂ ਕਿ ਆਪਾਂ ਐਗਜ਼ਾਮਪਲ ਲੈ ਕੇ ਕਰਦੇ ਹਾਂ, ਮੰਨ ਲਓ ਤੁਸੀਂ 1000 ਜੋ ਕੁਆਇਨ ਨੇ ਉਹ ਟੋਸ ਕੀਤੇ। ਠੀਕ ਹੈ ਜੀ, 1000 ਕੁਆਇਨ ਟੋਸ ਕੀਤੇ ਐਂਡ ਉਸ ਦੇ ਵਿੱਚੋਂ ਮੰਨ ਲਓ 590 ਕੇਸਿਸ ਦੇ ਵਿੱਚ ਕੀ ਆਇਆ, ਹੈਡਸ ਅਪ ਆਇਆ। ਠੀਕ ਹੈ ਜੀ, ਹੈਡਸ ਆਇਆ ਤੁਹਾਡੇ ਕੋਲੇ, ਹੈਡਸ ਅਪ। ਠੀਕ ਹੈ, ਐਂਡ ਹੁਣ ਤੁਸੀਂ ਇਸ ਦੀ ਸਟੈਟਿਸਟੀਕਲ ਪ੍ਰੋਬੇਬਿਲਿਟੀ ਨੂੰ ਕਿਵੇਂ ਫਾਈਂਡ ਕਰੋਗੇ। ਇੱਥੇ ਓਬਜ਼ਰਵਡ ਕੇਸਿਸ, ਓਬਜ਼ਰਵ ਕੀਤੇ ਗਏ ਕੇਸ ਕਿੰਨੇ ਨੇ, ਠੀਕ ਹੈ ਜੀ, ਉਹ ਕਿੰਨੇ ਨੇ ਜੀ, 590 ਨੇ।
ਐਂਡ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਟੋਟਲ ਨੰਬਰ ਆਫ ਕੇਸਿਸ ਕਿੰਨੇ ਨੇ 1000 ਦੈਨ ਤੁਹਾਡੇ ਕੋਲ ਪ੍ਰੋਬੇਬਿਲਿਟੀ ਕਿੰਨੀ ਆਏਗੀ ਜੀ ਇੱਥੇ 0.590 ਇਹ ਤੁਹਾਡੇ ਕੋਲ ਪ੍ਰੋਬੇਬਿਲਿਟੀ ਆਏਗੀ। ਇਸ ਤਰ੍ਹਾਂ ਮਤਲਬ ਇਹ ਡਿਫਰੈਂਸ ਹੈ ਇਸ ਦੇ ਵਿੱਚ। ਬਟ ਜੇ ਤੁਸੀਂ ਦੇਖੋ ਜੇ ਤੁਹਾਨੂੰ ਪਤਾ ਸਿਰਫ ਹੈਡ ਅਪ ਦੀ ਪ੍ਰੋਬੇਬਿਲਿਟੀ ਕਿਸੇ ਵੀ ਕੋਇਨ ਨੂੰ ਜਦੋਂ ਤੁਸੀਂ ਟੋਸ ਕਰਦੇ ਹੋ ਕਿੰਨੀ ਹੁੰਦੀ ਹੈ 1/2 ਐਂਡ ਟੇਲਸ ਅਪ ਦੀ ਕਿੰਨੀ ਹੁੰਦੀ ਹੈ 1/2 ਦੋਨੋਂ ਸੇਮ ਹੁੰਦੀ ਹੈ ਕਿਉਂਕਿ ਦੋ ਹੀ ਇਵੈਂਟ ਨੇ। ਇਵੈਂਟ ਕਿੰਨੇ ਨੇ ਆਪਣੇ ਕੋਲ ਸਿਰਫ ਦੋ ਨੇ। ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਈਵੈਂਟ ਕੀ ਹੁੰਦਾ। ਈਵੈਂਟ ਹੁੰਦਾ ਜੀ ਜਦੋਂ ਤੁਸੀਂ ਕੋਈ ਵੀ ਐਕਸਪੈਰੀਮੈਂਟ ਕਰ ਰਹੇ ਹੋ ਦੈਨ ਐਕਸਪੈਰੀਮੈਂਟ ਨੂੰ ਆਪਾਂ ਜੋ ਆਊਟਕਮ ਹੈ ਐਕਸਪੈਰੀਮੈਂਟ ਦੀ ਉਸਨੂੰ ਆਪਾਂ ਕੀ ਬੋਲਦੇ ਹਾਂ ਜੀ ਈਵੈਂਟ ਬੋਲਿਆ ਜਾਂਦਾ ਹੈ। ਐਂਡ ਉਸ ਤੋਂ ਬਾਅਦ ਟਰਾਇਲ ਵੀ ਹੁੰਦਾ ਜੋ ਤੁਸੀਂ ਪਰਫਾਰਮੈਂਸ ਕਰ ਰਹੇ ਹੋ ਇੱਕ ਐਕਸਪੈਰੀਮੈਂਟ ਦੀ ਉਸਨੂੰ ਆਪਾਂ ਟਰਾਇਲ ਕਰ ਰਹੇ ਆਪਾਂ ਕਹਿੰਦੇ ਨਾ ਵੀ ਜਿਸ ਤਰ੍ਹਾਂ ਕਿ ਹਾਂ ਇੱਕ ਟਰਾਇਲ ਲੈ ਲੈਂਦੇ ਹਾਂ ਜਿਸ ਤਰ੍ਹਾਂ ਕਿ ਆਪਾਂ ਕਿਸੇ ਵੀ ਚੀਜ਼ ਨੂੰ ਚਲਾਉਣ ਦੇ ਲਈ ਜਾਂ ਕਰਨ ਦੇ ਲਈ ਜਾਂ ਦੇਖਣ ਦੇ ਲਈ ਆਪਾਂ ਟਰਾਇਲ ਲੈਣਾ। ਇਸੇ ਤਰ੍ਹਾਂ ਜਦੋਂ ਤੁਸੀਂ ਐਕਸਪੈਰੀਮੈਂਟ ਨੂੰ ਕਰਦੇ ਹੋ ਉਹ ਇੱਕ ਤਰ੍ਹਾਂ ਦੀ ਉਸਦੀ ਜੋ ਪਰਫਾਰਮੈਂਸ ਹੈ ਉਸਨੂੰ ਆਪਾਂ ਟਰਾਇਲ ਬੋਲਿਆ ਜਾਂਦਾ ਹੈ। ਉਸ ਤੋਂ ਬਾਅਦ ਸਟੈਟਿਸਟੀਕਲ ਫਿਜ਼ਿਕਸ ਪ੍ਰੋਬੇਬਿਲਿਟੀ ਤੁਸੀਂ ਸਮਝ ਚੁੱਕੇ ਹੋਵੋਗੇ। ਨੰਬਰ ਆਫ ਕੇਸਿਸ ਜੋ ਫੇਵਰੇਬਲ ਨੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਨੀਚੇ ਆਏਗਾ ਜੀ ਟੋਟਲ ਨੰਬਰ ਆਫ ਓਬਜ਼ਰਵਡ ਕੇਸਿਸ। ਠੀਕ ਹੈ ਜੀ ਓਬਜ਼ਰਵਡ ਕੇਸਿਸ ਕਿੰਨੇ ਹੋ ਜਾਣਗੇ ਉਸ ਦੇ ਵਿੱਚ ਉਸਨੂੰ ਕੀ ਆਖਾਂਗੇ ਆਪਾਂ ਸਟੈਟਿਸਟੀਕਲ ਪ੍ਰੋਬੇਬਿਲਿਟੀ। ਠੀਕ ਹੈ ਜੀ ਉਸ ਤੋਂ ਬਾਅਦ ਨੰਬਰ 2 ਤੇ ਕੀ ਆਉਂਦਾ ਜੀ ਤੁਹਾਡੇ ਕੋਲੇ ਨੰਬਰ 2 ਤੇ ਆਏਗਾ ਜੀ ਪ੍ਰਾਇਰੀ ਪ੍ਰੋਬੇਬਿਲਿਟੀ। ਇਸ ਦੇ ਵਿੱਚ ਕੀ ਡਿਫਰੈਂਸ ਹੈ ਹੁਣ ਇਹ ਦੇਖਦੇ ਆਪਾਂ। ਹੁਣ ਤੁਸੀਂ ਦੂਸਰਾ ਪੁਆਇੰਟ ਵੀ ਦੇ ਸਕਦੇ ਹੋ ਪ੍ਰਾਇਰੀ ਪ੍ਰੋਬੇਬਿਲਿਟੀ ਦਾ ਕੀ ਮਤਲਬ ਹੋ ਗਿਆ। ਇਟ ਡਿਫਾਈਨਡ ਐਜ਼ ਦਾ ਰੇਸ਼ੀਓ ਆਫ ਨੰਬਰ ਆਫ ਕੇਸਿਸ ਫੇਵਰੇਬਲ ਟੂ ਇਵੈਂਟ ਜੋ ਫੇਵਰੇਬਲ ਨੇ ਇਵੈਂਟ ਤੇ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਕਿਸੇ ਇਵੈਂਟ ਦੇ ਟੂ ਦਾ ਕਿਸ ਦੇ ਨਾਲ ਉਸਦੀ ਰੇਸ਼ੋ ਲੈਣੀ ਹੈ ਟੂ ਦਾ ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਕੇਸ। ਜੋ ਇਕੁਅਲੀ ਲਾਈਕਲੀ ਕੇਸ ਦਾ ਮਤਲਬ ਕੀ ਹੋ ਜਾਏਗਾ ਜੋ ਮੀਨਸ ਕਿ ਉਹਨਾਂ ਦੀ ਜੋ ਪ੍ਰੋਬੇਬਿਲਿਟੀ ਹੈ ਮੀਨਸ ਕੀ ਹੋਏਗਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ। ਮੰਨ ਲਓ ਆਪਾਂ ਇੱਕ ਐਗਜ਼ਾਮਪਲ ਦੀ ਲੈ ਕੇ ਸਮਝਾਉਣਾ ਬਿਲਕੁਲ ਤੁਸੀਂ ਇਸ ਨੂੰ ਸਮਝ ਸਕਦੇ ਹੋ। ਜਿਸ ਤਰ੍ਹਾਂ ਤੁਸੀਂ ਕੋਇਨ ਟੋਸ ਕੀਤਾ ਠੀਕ ਹੈ ਕੋਇਨ ਟੋਸ ਕਰਨ ਦੀ ਜੋ ਪ੍ਰੋਬੇਬਿਲਿਟੀ ਹੁੰਦੀ ਹੈ ਹੈਡ ਦੀ ਕਿੰਨੀ ਹੋ ਜਾਏਗੀ 1/2 ਐਂਡ ਟੇਲ ਦੀ ਕਿੰਨੀ ਹੋ ਜਾਏਗੀ 1/2 ਸਿੰਪਲ ਹੈ ਨਾ ਜੀ 1/2 ਦੋਨੋਂ ਦੀ ਪ੍ਰੋਬੇਬਿਲਿਟੀ ਕੀ ਆ ਜਾਏਗੀ ਇਕੁਅਲ ਆ ਜਾਏਗੀ। ਇੱਥੇ ਚਾਹੇ ਤੁਸੀਂ ਇੱਕ ਤੋਂ ਜ਼ਿਆਦਾ ਟੋਸ ਕਰੋ ਕੋਇਨ ਚਾਹੇ ਤੁਸੀਂ ਇੱਕ ਤੋਂ ਘੱਟ ਟੋਸ ਕਰੋ ਕੋਇਨ ਬਟ ਆਲਵੇਜ਼ ਪ੍ਰੋਬੇਬਿਲਿਟੀ ਇਕੁਅਲੀ ਲਾਈਕਲੀ ਕੇਸ ਹੋਣਗੇ ਕਿਉਂਕਿ ਉਸਦੀ ਪ੍ਰੋਬੇਬਿਲਿਟੀ ਕੀ ਆ ਜਾਏਗੀ ਜੀ 1/2 ਐਂਡ ਟੇਲ ਦੀ ਵੀ ਕਿੰਨੀ ਆਏਗੀ ਜੀ 1/2 ਐਂਡ ਇਹ ਡਿਫਰੈਂਸ ਹੁੰਦਾ ਜੀ ਇਸ ਦਾ ਜੋ ਕਿ ਸਟੈਟਿਸਟੀਕਲ ਪ੍ਰੋਬੇਬਿਲਿਟੀ ਐਂਡ ਪ੍ਰਾਇਰੀ ਪ੍ਰੋਬੇਬਿਲਿਟੀ ਦੇ ਨਾਲ ਇਹ ਇਸ ਦਾ ਡਿਫਰੈਂਸ ਹੁੰਦਾ ਹੈ। ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਸ ਨੂੰ ਸਮਝਣਾ ਹੈ ਸਮਝ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਕਰ ਸਕਦੇ ਹਾਂ। ਠੀਕ ਹੈ ਜੀ ਅੱਗੇ ਦੇਖਦੇ ਹਾਂ। ਹਾਂਜੀ ਨੈਕਸਟ ਪੁਆਇੰਟ ਹੈ ਜੀ ਆਪਣਾ ਮਿਊਚੁਅਲ ਐਕਸਕਲੂਸਿਵ ਇਵੈਂਟ ਕੀ ਹੁੰਦੇ ਆ। ਉਸ ਤੋਂ ਬਾਅਦ ਆਪਾਂ ਦੇਖਾਂਗੇ ਇੰਡੀਪੈਂਡੈਂਟ ਐਂਡ ਡਿਪੈਂਡੈਂਟ ਇਵੈਂਟ ਕੀ ਹੁੰਦੇ ਆ। ਠੀਕ ਹੈ ਜੀ ਦੇਖੋ ਜੋ ਇਵੈਂਟ ਹੁੰਦੇ ਆ ਕੋਈ ਵੀ ਇਵੈਂਟਸ ਮਤਲਬ ਇੱਕ ਤੋਂ ਜ਼ਿਆਦਾ ਇਵੈਂਟ ਹੋਣਗੇ ਦੋ ਜਾਂ ਦੋ ਤੋਂ ਜ਼ਿਆਦਾ ਕਿਉਂਕਿ ਇੱਕ ਇਵੈਂਟ ਨੂੰ ਆਪਾਂ ਮਿਊਚੁਅਲੀ ਐਕਸਕਲੂਸਿਵ ਤਾਂ ਹੀ ਆਖਾਂਗੇ ਜੇ ਆਪਾਂ ਕਿਸੇ ਵੀ ਦੋ ਇਵੈਂਟ ਨੂੰ ਆਪਾਂ ਕੰਪੇਅਰ ਕਰਾਂਗੇ ਰਾਈਟ। ਤਾਂ ਦੇਖੋ ਦੋ ਇਵੈਂਟ ਨੂੰ ਆਪਾਂ ਮਿਊਚੁਅਲ ਐਕਸਕਲੂਸਿਵ ਕਦੋਂ ਆਖਾਂਗੇ ਜਦੋਂ ਇੱਕ ਦੀ ਅਕਰੈਂਸ ਰੂਲਸ ਆਊਟ ਕਰਦੇ ਦੂਸਰੇ ਨੂੰ। ਮਤਲਬ ਕੀ ਹੈ ਜਦੋਂ ਦੋਨੋਂ ਸਾਈਮਲਟੇਨੀਅਸਲੀ ਠੀਕ ਹੈ ਜੀ ਜਦੋਂ ਦੋਨੋਂ ਜਿੰਨੇ ਵੀ ਆਪਣੇ ਕੋਲ ਇਵੈਂਟ ਨੇ ਉਸ ਸਾਈਮਲਟੇਨੀਅਸਲੀ ਨਹੀਂ ਹੋਣਗੇ। ਠੀਕ ਹੈ ਜੀ ਸਾਈਮਲਟੇਨੀਅਸਲੀ ਨਹੀਂ ਹੋਣਗੇ ਤਾਂ ਉਹਨੂੰ ਆਪਾਂ ਕੀ ਆਖਾਂਗੇ ਨੋਟ ਸਾਈਮਲਟੇਨੀਅਸ ਨਹੀਂ ਧਿਆਨ ਰੱਖਣਾ ਜੀ ਕੈਨੋਟ ਅਕਰ ਸਾਈਮਲਟੇਨੀਅਸਲੀ ਅਕਰ ਨਹੀਂ ਹੋਣਗੇ ਤਾਂ ਉਹਨੂੰ ਆਪਾਂ ਕੀ ਆਖਾਂਗੇ ਜੀ ਮਿਊਚੁਅਲ ਐਕਸਕਲੂਸਿਵ। ਮਤਲਬ ਕਿ ਇੱਕ ਦੂਸਰੇ ਇਕੱਠੇ ਨਹੀਂ ਹੋਣਗੇ ਸਿੱਧੀ ਜੇ ਆਪਾਂ ਜੇ ਗੱਲ ਕਰੀਏ ਡਾਇਰੈਕਟ ਉਹ ਇੱਕ ਦੂਸਰੇ ਨੂੰ ਅਲੱਗ-ਅਲੱਗ ਟਾਈਮ ਹੋਊਗਾ ਉਹਨਾਂ ਦਾ ਹੋਣ ਦਾ ਇਕੱਠੇ ਨਹੀਂ ਹੋਣਗੇ ਉਹਨੂੰ ਆਪਾਂ ਕੀ ਆਖਾਂਗੇ ਮਿਊਚੁਅਲ ਐਕਸਕਲੂਸਿਵ ਇਵੈਂਟ। ਉਸ ਤੋਂ ਬਾਅਦ ਦੂਸਰਾ ਪੁਆਇੰਟ ਤੁਸੀਂ ਇਹ ਵੀ ਚੀਜ਼ ਕਹਿ ਸਕਦੇ ਹੋ ਇਫ ਦਾ ਅਕਰੈਂਸ ਆਫ ਵਨ ਰੂਲਸ ਆਊਟ ਦਾ ਅਦਰ ਅਕਰੈਂਸ ਆਫ ਅਦਰ। ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਸ ਨੂੰ ਬੋਲ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰਦਾ ਇੰਡੀਪੈਂਡੈਂਟ ਦੀ। ਇੰਡੀਪੈਂਡੈਂਟ ਕਿਹੜੇ ਹੁੰਦੇ ਆ ਜਦੋਂ ਦੇਖੋ ਇੱਕ ਇਵੈਂਟ ਇਹ ਹੈ ਠੀਕ ਹੈ ਜੀ ਇਹ ਦੂਸਰੇ ਨੂੰ ਇਫੈਕਟ ਹੀ ਨਹੀਂ ਕਰ ਰਿਹਾ ਦੂਸਰੇ ਦੀ ਅਕਰੈਂਸ ਨੂੰ। ਇੱਕ A ਇਵੈਂਟ ਹੈ ਇੱਕ B ਇਵੈਂਟ ਹੈ ਇਹਦੀ ਅਕਰੈਂਸ ਇਸ ਨੂੰ ਇਫੈਕਟ ਨਹੀਂ ਕਰ ਰਹੀ ਤਾਂ ਇਹ ਕੀ ਨੇ ਜੀ ਇੰਡੀਪੈਂਡੈਂਟ ਨੇ। ਜੇ ਇਸ ਦੀ ਅਕਰੈਂਸ ਇਸ ਨੂੰ ਇਫੈਕਟ ਕਰ ਰਹੀ ਹੈ ਦੈਨ ਇਹ ਕੀ ਹੋ ਜਾਣਗੇ ਜੀ ਡਿਪੈਂਡੈਂਟ। ਮਤਲਬ ਇਹ ਡਿਫਰੈਂਸ ਹੈ ਵੀ ਦੂਸਰੇ 'ਤੇ ਇਫੈਕਟ ਨਾ ਪਵੇ। ਐਗਜ਼ਾਮਪਲ ਲੈ ਕੇ ਆਪਾਂ ਇਸ ਨੂੰ ਸਮਝ ਸਕਦੇ ਹੋ। ਮੰਨ ਲਓ ਤੁਹਾਡੇ ਕੋਲ 52 ਕਾਰਡਸ ਨੇ ਠੀਕ ਹੈ ਜੀ ਪੱਤੇ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ ਠੀਕ ਹੈ ਜੀ ਉਸ ਦੇ ਵਿੱਚੋਂ ਤੁਸੀਂ ਏਸ ਕੱਢੇ ਏਸ ਦੀ ਪ੍ਰੋਬੇਬਿਲਿਟੀ ਕੀ ਹੈ ਜੀ 4/52 ਕਿਉਂਕਿ 4 ਹੁੰਦੇ ਨੇ ਤਾਂ ਕਿੰਨੀ ਆ ਜਾਏਗੀ 1/13। ਚਲੋ ਕੋਈ ਗੱਲ ਨਹੀਂ। ਉਸ ਤੋਂ ਬਾਅਦ ਤੁਸੀਂ 4 ਪੱਤੇ ਇੱਕ ਰੈਂਡਮ ਪੱਤਾ ਕੱਢਿਆ ਉਸ ਦੇ ਵਿੱਚ ਆਪਣੇ ਏਸ ਦੀ ਪ੍ਰੋਬੇਬਿਲਿਟੀ ਕੱਢੀ ਕਿੰਨੀ ਆ ਗਈ 4/52। ਉਸ ਤੋਂ ਬਾਅਦ ਤੁਸੀਂ ਪੱਤੇ ਸਾਰੇ ਦੇ ਸਾਰੇ ਵਾਪਸ ਪਾਏ
ਉਸ ਤੋਂ ਬਾਅਦ ਤੁਸੀਂ ਨੇ ਅਗੇਨ ਇੱਕ ਹੋਰ ਪੱਤਾ ਕੱਢਿਆ, ਠੀਕ ਹੈ ਜੀ, ਇੱਕ ਹੋਰ ਕਾਰਡ ਡਰਾਉਣ ਕੀਤਾ। ਦੈਨ ਉਸ ਦੀ ਅਗੇਨ ਆਪਾਂ ਏਜ ਦੀ ਜੇ ਪ੍ਰੋਬੇਬਿਲਿਟੀ ਕੱਢੀ ਕਿੰਨੀ ਆਏਗੀ 4/52। ਦੇਖੋ ਹੁਣ ਇੱਥੇ ਕੋਈ ਕੀ ਜਦੋਂ ਆਪਾਂ ਨੇ ਪਹਿਲਾਂ ਵਾਲਾ ਇਵੈਂਟ ਕੀਤਾ ਸੀ ਕੀ ਉਸ ਦਾ ਕੋਈ ਇਫੈਕਟ ਪਿਆ ਇਸ ਦੇ ਉੱਪਰ? ਨਹੀਂ ਪਿਆ। ਅਗਰ ਇਫੈਕਟ ਪੈਂਦਾ ਦੈਨ ਇਸ ਦੀ ਪ੍ਰੋਬੇਬਿਲਿਟੀ ਸ਼ਾਇਦ ਕੁਝ ਹੋਰ ਆ ਜਾਂਦੀ। ਪਹਿਲਾਂ ਵੀ ਇਸ ਦੀ ਪ੍ਰੋਬੇਬਿਲਿਟੀ ਕਿੰਨੀ ਸੀ 4/52, ਹੁਣ ਵੀ ਇਸ ਦੀ ਪ੍ਰੋਬੇਬਿਲਿਟੀ ਕਿੰਨੀ ਹੈ 4/52 ਸੌਰੀ, ਠੀਕ ਹੈ। ਤਾਂ ਕਰਕੇ ਏ ਇਵੈਂਟ ਐਂਡ ਬੀ ਇਵੈਂਟ ਦੋਨੇ ਕੀ ਹੋ ਜਾਣਗੇ ਜੀ ਇੰਡੀਪੈਂਡੈਂਟ। ਹੁਣ ਦੇਖੋ ਡਿਪੈਂਡੈਂਟ ਦੀ ਪ੍ਰੋਬੇਬਿਲਿਟੀ ਕਿਵੇਂ ਆਪਾਂ ਕੱਢ ਸਕਦੇ ਹਾਂ। ਮੰਨ ਲਓ ਤੁਹਾਨੇ 52 ਕਾਰਡਸ ਦੇ ਵਿੱਚੋਂ ਇੱਕ ਪੱਤਾ ਰੈਂਡਮ ਸੁੱਟਿਆ ਐਂਡ ਏਸ ਦੀ ਪ੍ਰੋਬੇਬਿਲਿਟੀ ਕਿੰਨੀ ਹੋ ਜਾਏਗੀ 4/52। ਨਾਓ ਹੁਣ ਤੁਸੀਂ ਨੇ ਇਹ ਪੱਤਾ ਵਾਪਸ ਨਹੀਂ ਪਾਇਆ ਉਸ ਦੇ ਵਿੱਚ, ਜਿਸ ਤਰ੍ਹਾਂ ਕਿ ਪਹਿਲਾਂ ਆਪਾਂ ਨੇ ਵਾਪਸ ਪਾਤਾ ਸੀ ਕਾਰਡ ਦੇ ਵਿੱਚ ਡੱਬੇ ਦੇ ਵਿੱਚ, ਦੈਨ ਹੁਣ ਆਪਾਂ ਨੇ ਉਹ ਪੱਤਾ ਨਹੀਂ ਪਾਇਆ। ਦੈਨ ਅਗੇਨ ਤੁਸੀਂ ਇੱਕ ਹੋਰ ਪੱਤਾ ਕੱਢਿਆ ਦੂਸਰਾ ਡਰਾਉਣ ਕੀਤਾ। ਹੁਣ ਤੁਸੀਂ ਇਸ ਦੀ ਪ੍ਰੋਬੇਬਿਲਿਟੀ ਦੇਖੋ ਕਿੰਨੀ ਹੋਏਗੀ, ਕਿੰਨੀ ਹੋਏਗੀ 3/51, ਕਿਉਂਕਿ ਇੱਕ ਪੱਤਾ ਤੁਸੀਂ ਕੱਢ ਕੇ ਪਹਿਲੀ ਡਰਾਉਣ ਕਰ ਚੁੱਕੇ ਹੋ, ਉਸ ਨੂੰ ਤੁਸੀਂ ਨੇ ਦੁਬਾਰਾ ਉਸ ਜੋ ਕਾਰਡਸ ਦੇ ਵਿੱਚ ਨਹੀਂ ਪਾਇਆ, ਬੈਕ ਡਰਾਅ ਨਹੀਂ ਕੀਤਾ, ਦੈਨ ਤਾਂ ਕਰਕੇ ਉਸ ਦੀ ਪ੍ਰੋਬੇਬਿਲਿਟੀ ਦੇ ਇਫੈਕਟ ਪੈ ਚੁੱਕਿਆ ਹੈ। ਹੁਣ ਉੱਥੇ 3 ਰਹਿ ਚੁੱਕੇ ਨੇ, ਦੈਨ ਏ ਦਾ ਇਫੈਕਟ ਬੀ ਦੇ ਉੱਤੇ ਪੈ ਚੁੱਕਿਆ ਹੈ। ਦੈਨ ਆਪਾਂ ਇੱਥੇ ਕੀ ਆਖਾਂਗੇ ਏ ਐਂਡ ਬੀ ਕੀ ਨੇ ਜੀ ਮਿਊਚੁਅਲੀ ਡਿਪੈਂਡੈਂਟ, ਠੀਕ ਹੈ ਜੀ, ਡਿਪੈਂਡੈਂਟ ਇਵੈਂਟ ਨੇ, ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਆਈ ਥਿੰਕ ਤੁਸੀਂ ਸਮਝ ਚੁੱਕੇ ਹੋਗੇ ਕਿ ਆਪਾਂ ਨੇ ਕਿਸ ਤਰ੍ਹਾਂ ਇਸ ਕੁਐਸਚਨ ਨੂੰ ਕਵਰ ਕਰਨਾ ਹੈ, ਠੀਕ ਹੈ ਜੀ। ਤਾਂ ਇਹੀ ਸੀ ਅੱਜ ਦੇ ਆਪਣੇ ਕੁਐਸਚਨ। ਸੋ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ। ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਹੋਰ ਬਹੁਤ ਸਾਰੇ ਟੌਪਿਕ। ਤਾਂ ਅੱਜ ਦੀ ਆਪਣੀ ਵੀਡੀਓ ਇੱਥੇ ਤੱਕ ਹੀ, ਤੇ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਨਾਲ।